प्यारे बच्चों, अज असी पास्कल ला बारे जाणांगे। सब तो पहले दी डेफिनेशन देखते हैं। अकॉर्डिंग टू दिस ला, द प्रैशर अप्लाइड टू ए एनक्लोज्ड लिक्विड इज़ ट्रांसमिटेड ईवनली टू एवरी पोर्शन ऑफ द लिक्विड। इट मीन अगर असी किसी लिक्विड नूं एक कंटेनर दे विच फिल किया होया आ ते असी उहदे किसी भी एक पॉइंट ते अगर प्रैशर अप्लाई करते हैं तो वह प्रैशर पूरे के पूरे लिक्विड दे विच ईवनली इक्वली फैल जाएगा। प्यारे बच्चों, ਆਪਾਂ ਪਾਸਕਲਾਂ ਨੂੰ ਇਸ ਡਾਇਗਰਾਮ ਦੀ ਹੈਲਪ ਨਾਲ ਵੀ ਸਮਝ ਸਕਦੇ ਹਾਂ। ਜਿਵੇਂ ਕਿ ਲੈਫਟ ਸਾਈਡ 'ਤੇ ਜੋ ਯੈਲੋ ਕਲਰ ਦੀ ਵੋਲ ਹੈ ਉਹਦੇ ਵਿੱਚ ਇੱਕ ਬਲੂਨ ਹੈ ਜਿਹਦੇ ਵਿੱਚ ਏਅਰ ਫਿਲ ਕੀਤੀ ਹੋਈ ਆ ਅਤੇ ਆਪਾਂ ਅੰਗੂਠੇ ਨਾਲ ਜਿੱਦਾਂ ਹੀ ਪ੍ਰੈਸ਼ਰ ਅਪਲਾਈ ਕਰਦੇ ਹਾਂ ਤਾਂ ਉਹ ਪ੍ਰੈਸ਼ਰ ਜੋ ਹੈ ਸਾਰੀ ਬੋਲ ਦੇ ਵਿੱਚ ਇਕੁਅਲੀ ਡਿਸਟਰੀਬਿਊਟ ਹੋ ਜਾਂਦਾ ਆ। ਇਸ ਤਰ੍ਹਾਂ ਰਾਈਟ ਸਾਈਡ 'ਤੇ ਇੱਕ ਡਾਇਗਰਾਮ ਆ ਜਿਹਦੇ ਵਿੱਚ ਇੱਕ ਆਪਣਾ ਬਲੂ ਕਲਰ ਦਾ ਬਲੂਨ ਆ, ਉਹਦੇ ਉੱਤੇ ਇੱਕ ਪਿਸਟਨ ਲੱਗਾ ਹੋਇਆ ਆ। ਜਿੱਦਾਂ ਹੀ ਆਪਾਂ ਪਿਸਟਨ ਨੂੰ ਹੇਠਾਂ ਵੱਲ ਨੂੰ ਪ੍ਰੈਸ ਕਰਦੇ ਹਾਂ ਤਾਂ ਜਿੰਨੇ ਵੀ ਛੇਕ ਆ ਬਲੂਨ ਦੇ ਵਿੱਚ ਸਾਰਿਆਂ ਵਿੱਚੋਂ ਇਕੁਅਲ ਅਮਾਊਂਟ ਦੇ ਵਿੱਚ ਏਅਰ ਜਿਹੜੀ ਆ ਉਹ ਬਾਹਰ ਨਿਕਲਣਾ ਸਟਾਰਟ ਹੋ ਜਾਂਦੀ ਆ। ਇਟ ਮੀਨਸ ਕਿ ਜਿਹੜਾ ਪ੍ਰੈਸ਼ਰ ਆਪਾਂ ਪਿਸਟਨ ਦੀ ਹੈਲਪ ਨਾਲ ਬਲੂਨ ਵਿੱਚ ਕ੍ਰੀਏਟ ਕੀਤਾ ਉਹ ਈਵਨਲੀ ਡਿਸਟਰੀਬਿਊਟ ਹੋ ਜਾਂਦਾ ਹੈ। ਸੋ ਪਿਆਰੇ ਵਿੱਚ ਹੁਣ ਅਸੀਂ ਡੈਮੋਨਸਟ੍ਰੇਸ਼ਨ ਆਫ ਪਾਸਕਲ ਕਰਦੇ ਹਾਂ। ਇਹਦੇ ਲਈ ਅਸੀਂ ਇੱਕ ਵੈਸਲ ਕੰਸੀਡਰ ਕਰਦੇ ਹਾਂ ਜਿਹਦੇ ਵਿੱਚ 4 ਪਿਸਟਨ ਲੱਗੇ ਹੋਏ ਆ, A, B, C ਅਤੇ D। ਇਹ ਚਾਰੋਂ ਪਿਸਟਨ ਜੋ ਹੈ ਡਿਫਰੈਂਟ ਏਰੀਆ ਆਫ ਕਰੋਸ ਸੈਕਸ਼ਨ ਦੇ ਆ। ਸੋ ਹੁਣ ਅਸੀਂ ਕੀ ਕਰਨਾ, ਜਿਹੜਾ ਪਿਸਟਨ A ਆ ਉਹਦੇ 'ਤੇ ਫੋਰਸ ਅਪਲਾਈ ਕਰਾਂਗੇ F1। ਸੋ ਜਿੱਦਾਂ ਹੀ ਅਸੀਂ ਫੋਰਸ ਲਾਉਂਦੇ ਹਾਂ ਤਾਂ ਪਿਸਟਨ ਅੰਦਰ ਨੂੰ ਜਾਵੇਗਾ ਤਾਂ ਉਹਦੇ ਨਾਲ ਕੀ ਆ, ਪ੍ਰੈਸ਼ਰ ਜਨਰੇਟ ਹੋਵੇਗਾ। ਅਤੇ ਇਹ ਪ੍ਰੈਸ਼ਰ ਨੂੰ ਅਸੀਂ ਕਿੱਦਾਂ ਕੈਲਕੂਲੇਟ ਕਰਾਂਗੇ, ਫੋਰਸ ਦੇ ਏਰੀਆ ਨੂੰ ਡਿਵਾਈਡ ਕਰਕੇ, ਕਿਉਂਕਿ ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਓਵਰ ਏਰੀਆ ਹੁੰਦਾ ਹੈ। ਸੋ ਫੋਰਸ ਹੈ F1 ਅਤੇ ਏਰੀਆ ਹੈ A1, ਦੋਨਾਂ ਨੂੰ ਡਿਵਾਈਡ ਕਰਕੇ ਅਸੀਂ ਪ੍ਰੈਸ਼ਰ ਕੈਲਕੂਲੇਟ ਕਰ ਲਵਾਂਗੇ। ਸੋ ਜਿਹੜਾ ਇਹ ਪ੍ਰੈਸ਼ਰ ਵਾ ਪਾਸਕਲ ਲਾ ਦੇ ਅਕੋਰਡਿੰਗ ਇਹ ਪੂਰੇ ਕੰਟੇਨਰ ਦੇ ਵਿੱਚ ਇਕੁਅਲੀ ਡਿਸਟਰੀਬਿਊਟ ਹੋ ਜਾਵੇਗਾ। ਸੋ ਇਹ ਜਿੱਦਾਂ ਹੀ ਪ੍ਰੈਸ਼ਰ ਕੰਟੇਨਰ ਦੇ ਅੰਦਰ ਜਨਰੇਟ ਹੁੰਦਾ ਹੈ ਤਾਂ ਇਹਨੇ ਇਹ ਕਰਨਾ, B, C ਅਤੇ D ਪਿਸਟਨ ਨੂੰ ਆਊਟਵਰਡ ਡਾਇਰੈਕਸ਼ਨ 'ਚ ਮੂਵ ਕਰਨਾ ਹੈ। ਕਿਉਂਕਿ ਲਿਕੁਇਡ ਦੇ ਅੰਦਰ ਪ੍ਰੈਸ਼ਰ ਐਕਸਟਰਾ ਕ੍ਰੀਏਟ ਹੋ ਗਿਆ, ਸੋ ਨਹੀਂ ਕਰਨਾ ਪਿਸਟਨ ਨੂੰ ਬਾਹਰ ਵੱਲੋਂ ਧੱਕੇਗਾ। ਸੋ ਹੁਣ ਅਸੀਂ ਕਰਨਾ, ਆਪਣੇ ਕੋਲੋਂ ਇੱਕ ਫੋਰਸ ਲਗਾਉਣੀ ਆ ਜਿਹੜੀ ਕਿ ਨਾ ਪਿਸਟਨ ਨੂੰ ਆਪਣੀ ਜਗ੍ਹਾ 'ਤੇ ਬਣਾਈ ਰੱਖੇ ਅਤੇ ਬਾਹਰ ਨੂੰ ਨਾ ਆਉਣ ਦੇਵੇ। ਸੋ ਆਪਾਂ ਪਿਸਟਨ B 'ਤੇ F2, ਪਿਸਟਨ C 'ਤੇ F3 ਅਤੇ ਪਿਸਟਨ D 'ਤੇ F4 ਫੋਰਸ ਲਗਾ ਦਿੱਤੀ। ਹੁਣ ਫੋਰਸ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲਗਾ ਸਕਦੇ ਜਿੰਨੀ ਵੀ ਲਾਉਣੀ ਆ, ਕਿਉਂਕਿ ਦੇਖੋ ਫੋਰਸ ਅਸੀਂ ਇਸ ਤਰ੍ਹਾਂ ਲਾਵਾਂਗੇ ਕਿ ਜੇ ਫੋਰਸ ਜ਼ਿਆਦਾ ਲਾਤੀ ਤਾਂ ਪਿਸਟਨ ਨੇ ਸਾਡੇ ਅੰਦਰ ਨੂੰ ਜਾਣ ਆਪਣਾ, B ਵਾਲੇ ਨੇ ਵੀ F3 ਜ਼ਿਆਦਾ ਲਾਤੀ, C ਨੇ ਅੰਦਰ ਜਾਣ ਆਪਣਾ, D 'ਤੇ ਲਾਤੀ ਤਾਂ F4 ਨੇ ਉਹਨੂੰ ਅੰਦਰ ਨੂੰ। ਇਸ ਲਈ ਨਾ ਤਾਂ ਅਸੀਂ ਜ਼ਿਆਦਾ ਫੋਰਸ ਲਾ ਸਕਦੇ ਨਾ ਹੀ ਘੱਟ ਲਾ ਸਕਦੇ। ਸੋ ਅਸੀਂ ਕਿਸ ਤਰ੍ਹਾਂ ਫੋਰਸ ਲਾਉਣੀ ਆ, ਉਹ ਇਸ ਤਰ੍ਹਾਂ ਲਾਉਣੀ ਕਿ ਇਹਨਾਂ ਦੀ ਜਿਹੜੀ ਰੇਸ਼ੋ ਆ ਫੋਰਸ ਦੇ ਏਰੀਆ ਦੀ ਉਹ ਬਰਾਬਰ ਰਵੇ ਸਾਰਿਆਂ ਦੀ, ਕਿਉਂਕਿ ਆਪਾਂ ਨੇ ਪ੍ਰੈਸ਼ਰ ਬਰਾਬਰ ਰੱਖਣਾ। ਸੋ ਫੋਰਸ ਓਵਰ ਏਰੀਆ ਪ੍ਰੈਸ਼ਰ ਹੁੰਦਾ ਆ, ਇਸ ਕਰਕੇ ਆਪਾਂ ਨੇ ਜਿੰਨੇ ਵੀ ਸਾਰੇ ਕੰਟੇਨਰ 'ਚ ਪ੍ਰੈਸ਼ਰ ਉਹਨੂੰ ਇਕੁਅਲ ਰੱਖਣਾ। ਇਸ ਲਈ ਸਾਨੂੰ ਇਹਨਾਂ ਦੀ ਫੋਰਸ ਅਤੇ ਏਰੀਆ ਦੀ ਰੇਸ਼ੋ ਬਰਾਬਰ ਕਰਨੀ ਪਵੇਗੀ, ਜਿੱਦਾਂ ਇਕੁਏਸ਼ਨ 1 ਦੇ ਵਿੱਚ ਦਿਖਾਇਆ ਹੈ। ਸੋ ਫੋਰਸ ਅਸੀਂ ਇਸ ਤਰ੍ਹਾਂ ਡਿਸਾਈਡ ਕਰਨੀ ਆ ਕਿ ਜਿਹੜੀ ਇਹਨਾਂ ਦੀ ਰੇਸ਼ੋ ਆ ਉਹ ਚੇਂਜ ਨਾ ਹੋਵੇ, ਦੋਨਾਂ ਦੀ ਬਰਾਬਰ ਹੋਵੇ, ਕਿਉਂਕਿ ਏਰੀਆ ਤਾਂ ਫਿਕਸ ਆ, ਉਹਨੂੰ ਤਾਂ ਅਸੀਂ ਵੱਧ ਘੱਟ ਕਰ ਨਹੀਂ ਸਕਦੇ। ਪਰ ਫੋਰਸ ਅਸੀਂ ਇਸ ਤਰ੍ਹਾਂ ਲਾਉਣੀ ਕਿ ਜਦੋਂ ਇਹਨਾਂ ਨੂੰ ਅਸੀਂ ਡਿਵਾਈਡ ਕਰੀਏ ਏਰੀਆ ਨਾਲ ਫੋਰਸ ਨੂੰ ਤਾਂ ਆਨਸਰ ਬਰਾਬਰ ਰਵੇ, ਕਿਉਂਕਿ ਇਕੁਏਸ਼ਨ 2 ਦੇ ਅਕੋਰਡਿੰਗ ਆਪਾਂ ਨੂੰ ਸਾਰੇ ਪਿਸਟਨ 'ਤੇ ਪ੍ਰੈਸ਼ਰ ਬਰਾਬਰ ਰੱਖਣੇ ਪੈਣੇ ਆ। ਇਹੀ ਪਾਸਕਲ ਲਾ ਦਾ ਹੈ। पास्कल्स लॉ, जिसे पास्कल्स प्रिंसिपल ऑफ फ्लूइड प्रेशर के ट्रांसमिशन का पास्कल प्रिंसिपल भी कहा जाता है। ये फ्लूइड मैकेनिक्स का फंडामेंटल प्रिंसिपल है। इसे 17th सेंचुरी में फ्रेंच मैथमेटिशियन और फिजिसिस्ट ब्लेस पास्कल ने फॉर्म्युलेट किया। पास्कल लॉ को समझने के लिए एनिमेशन में दिखाए गए प्रोसेस को समझेंगे। एनिमेशन में हम देखते हैं कि एक स्फेरिकल कंटेनर है और इस कंटेनर में 4 पिस्टन अलग अलग पोजीशन पे लगाए गए हैं। इस कंटेनर को वाटर या किसी इनकम्प्रेसिबल लिक्विड से फिल करेंगे। कंटेनर कंप्लीट फिल होने के बाद हम पिस्टन के थ्रू इस पर प्रेशर अप्लाई कर सकते हैं।
पिस्टन पे फोर्स अप्लाई करने पर पिस्टन वाटर कंटेनर में प्रेशर एक्सर्ट करता है, जो कि पिस्टन के एरिया पे डिपेंड करता है। एनिमेशन में हम देखते हैं कि हर एक पिस्टन का एरिया डिफरेंट है। चलिए मानते हैं कि पिस्टन 1 का एरिया A1, पिस्टन 2 का एरिया A2, पिस्टन 3 का एरिया A3 और पिस्टन 4 का एरिया A4 है। अब हम पिस्टन 1 पे फोर्स F1 अप्लाई करेंगे। जब हम पिस्टन 1 पे फोर्स अप्लाई करते हैं, तब पिस्टन से जनरेट होने वाला प्रेशर वाटर कंटेनर के हर एक पॉइंट पे इक्वली डिस्ट्रीब्यूट होता है। जैसा कि हम एनिमेशन में देख सकते हैं, पिस्टन 1 से लगने वाले प्रेशर की वजह से बाकी के पिस्टन आउटवर्ड मूव कर रहे हैं। इस पूरे प्रोसेस से ये कंक्लूजन निकलता है कि किसी क्लोज्ड कंटेनर में लगने वाला प्रेशर हर डायरेक्शन में इक्वली डिस्ट्रीब्यूट होता है, और इसको हम मैथमेटिकली कुछ ऐसे समझ सकते हैं। द रेशियो ऑफ फोर्स टू द एरिया is always same at every point in closed container. चलिए अब देखते हैं कि पास्कल्स लॉ क्या कहता है। Pascal's law state that, according to Pascal's law, any force applied to a confined fluid is transmitted uniformly in all direction throughout the fluid, regardless of the shape of the container. पास्कल्स लॉ की कुछ एप्लीकेशन ये है। हाइड्रोलिक लिफ्ट, हाइड्रोलिक जैक, ਸੋ ਹੁਣ ਅਸੀਂ ਗੱਲ ਕਰਦੇ ਹਾਂ ਐਪਲੀਕੇਸ਼ਨਸ ਆਫ ਪਾਸਕਲ। ਪਾਸਕਲ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਆ, ਜਿਨ੍ਹਾਂ ਵਿੱਚ ਹਾਈਡ੍ਰੋਲਿਕ ਲਿਫਟ, ਹਾਈਡ੍ਰੋਲਿਕ ਬ੍ਰੇਕ, ਹਾਈਡ੍ਰੋਲਿਕ ਪ੍ਰੈਸ, ਹਾਈਡ੍ਰੋਲਿਕ ਜੈਕ। ਇਸੇ ਤਰ੍ਹਾਂ JCB ਦੇ ਵਿੱਚ ਵੀ ਜਿਹੜਾ ਕੰਮ ਹੋ ਰਿਹਾ ਉਹ ਵੀ ਪਾਸਕਲ ਲਾ ਦੀ ਹੈਲਪ ਨਾਲ ਹੀ ਆਪਾਂ ਜਿਹੜਾ ਉਹਦੇ ਵਿੱਚ ਪ੍ਰੈਸ਼ਰ ਇੰਨਾ ਜ਼ਿਆਦਾ ਕ੍ਰੀਏਟ ਕਰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਆ, ਬਟ ਆਪਾਂ ਸਿਰਫ ਮੇਨਲੀ 2 'ਤੇ ਫੋਕਸ ਕਰਦੇ ਹਾਂ, ਜਿੱਦਾਂ ਕਿ ਹਾਈਡ੍ਰੋਲਿਕ ਲਿਫਟ ਅਤੇ ਹਾਈਡ੍ਰੋਲਿਕ ਬ੍ਰੇਕ। ਸੋ ਹੁਣ ਅਸੀਂ ਹਾਈਡ੍ਰੋਲਿਕ ਲਿਫਟ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਇੱਕ ਹੌਰੀਜ਼ੋਨਟਲ ਕੰਟੇਨਰ ਹੁੰਦਾ, ਜਿਹਦੇ ਵਿੱਚ ਲਿਕੁਇਡ ਫਿਲ ਕੀਤਾ ਆ, ਅਤੇ ਇਹਦੇ ਕੰਟੇਨਰ ਦੇ ਦੋਨੇ ਸਾਈਡਾਂ 'ਤੇ ਪਿਸਟਨ ਲੱਗੇ ਹੋਏ ਆ, ਜਿਨ੍ਹਾਂ ਦੇ ਏਰੀਆ ਆਫ ਕ੍ਰੋਸ ਸੈਕਸ਼ਨ ਡਿਫਰੈਂਟ ਆ। ਲੈਟ ਅਸੀਂ ਸਮੋਲ ਪਿਸਟਨ 'ਤੇ F1 ਫੋਰਸ ਅਪਲਾਈ ਕਰਦੇ ਹਾਂ, ਜਿਹਦੇ ਨਾਲ ਕੀ ਆ ਲਿਕੁਇਡ ਦੇ ਵਿੱਚ ਪ੍ਰੈਸ਼ਰ ਜਨਰੇਟ ਹੋਵੇਗਾ, ਜਿਹਨੂੰ ਅਸੀਂ ਕੈਲਕੂਲੇਟ ਕਰ ਸਕਦੇ ਹਾਂ F1/A1 ਕਰਕੇ। ਹੁਣ ਅਕੋਰਡਿੰਗ ਟੂ ਪਾਸਕਲ ਦਾ ਜਿਹੜਾ ਪ੍ਰੈਸ਼ਰ ਉਹ ਇਕੁਅਲੀ ਡਿਸਟਰੀਬਿਊਟ ਹੋ ਜਾਏਗਾ ਲਿਕੁਇਡ ਦੇ ਵਿੱਚ। ਇਸ ਲਈ pressure at small piston must be equal to pressure at large piston, that is P1 is equal to P2. so और ਅਸੀਂ ਕਹਿ ਸਕਦੇ ਹਾਂ ਕਿ F1/A1 is equal to F2/A2। ਇੱਥੋਂ ਅਸੀਂ ਜੇਕਰ F2 ਦੀ ਵੈਲਿਊ ਕੱਢੀਏ ਤਾਂ ਉਹ ਹੋ ਜਾਏਗੀ A2/A1 into F, ਕਿਉਂਕਿ ਹੁਣ ਏਰੀਆ A2 ਏਰੀਆ ਜੋ ਬਿਗ ਪਿਸਟਨ ਉਹਦਾ ਏਰੀਆ ਜ਼ਿਆਦਾ ਆ, ਇਸ ਕਰਕੇ ਉੱਥੇ ਫੋਰਸ ਵੀ ਜ਼ਿਆਦਾ ਜਨਰੇਟ ਹੋਵੇਗੀ। ਆਪਾਂ ਨੂਮੈਰੀਕਲ ਐਗਜ਼ਾਮਪਲ ਨਾਲ ਦੇਖਦੇ ਹਾਂ ਕਿ ਜਿੱਦਾਂ ਮੰਨ ਲਓ ਸਮੋਲ ਪਿਸਟਨ ਦਾ ਏਰੀਆ A1 ਆ, ਅਤੇ ਜਿਹੜਾ ਬਿਗ ਪਿਸਟਨ ਆ ਉਹਦਾ ਆਪਾਂ ਏਰੀਆ ਉਹ ਤੋਂ 10 ਟਾਈਮ ਜ਼ਿਆਦਾ ਮੰਨ ਲੈਂਦੇ ਹਾਂ। ਸੋ A2 ਇਜ਼ ਇਕੁਅਲ ਟੂ, ਜਿਸ ਤਰ੍ਹਾਂ ਡਾਇਗਰਾਮ ਦਿਖਾਇਆ, 10 ਟਾਈਮ ਜ਼ਿਆਦਾ ਆ A1 ਦੇ ਨਾਲੋਂ। ਸੋ ਜੇ ਆਪਾਂ ਫੋਰਸ ਕੈਲਕੂਲੇਟ ਕਰਾਂਗੇ F2 ਤਾਂ ਉਹ ਵੀ 10 ਟਾਈਮ ਜ਼ਿਆਦਾ ਹੋ ਜਾਵੇਗੀ। ਸੋ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜੇਕਰ ਸਮੋਲ ਪਿਸਟਨ 'ਤੇ 10 ਕਿਲੋ ਭਾਰ ਫੋਰਸ ਅਪਲਾਈ ਕਰੀ 10 ਕਿਲੋ ਦੇ ਨਾਲ ਅਸੀਂ 100 ਕਿਲੋ ਭਾਰ ਚੱਕ ਸਕਦੇ ਹਾਂ। ਸੋ ਇਸ ਤਰ੍ਹਾਂ ਅਸੀਂ ਥੋੜ੍ਹੀ ਫੋਰਸ ਲਗਾ ਕੇ ਵੱਡੇ ਪਿਸਟਨ 'ਤੇ ਹੈਵੀ ਲੋਡ ਨੂੰ ਲਿਫਟ ਕਰ ਸਕਦੇ ਹਾਂ। ਸੋ ਲਾਸਟ ਲਾਈਨ ਦੇ ਵਿੱਚ ਇਹੀ ਲਿਖਿਆ ਹੋਇਆ ਕਿ ਵਿਦ ਦੀ ਹੈਲਪ ਆਫ ਸਮੋਲ ਫੋਰਸ ਔਨ ਸਮੋਲ ਪਿਸਟਨ ਹੈਵੀ ਲੋਡ ਕੈਨ ਬੀ ਲਿਫਟਡ ਔਨ ਲਾਰਜ ਪਿਸਟਨ। ਸੋ ਡਾਇਗਰਾਮ ਨੂੰ ਆਪਾਂ ਇੱਕ ਵਾਰੀ ਨੈਕਸਟ ਸਲਾਈਡ ਦੇ ਵਿੱਚ ਦੇਖ ਲੈਂਦੇ ਹਾਂ।
ਸੋ ਇਸ ਡਾਇਗਰਾਮ 'ਚ ਅਸੀਂ ਦੇਖਦੇ ਹਾਂ ਕਿ ਸਮੋਲ ਪਿਸਟਨ ਦਾ ਏਰੀਆ A1 ਆ ਅਤੇ ਲਾਰਜ ਪਿਸਟਨ ਦਾ ਏਰੀਆ ਉਹ ਤੋਂ 10 ਗੁਣਾ ਜ਼ਿਆਦਾ ਆ। ਸੋ ਇਸ ਤਰ੍ਹਾਂ ਕੀ ਆ, ਅਸੀਂ ਥੋੜ੍ਹੀ ਫੋਰਸ ਲਗਾ ਕੇ F1 ਨਾਲ ਲਾਰਜ ਫੋਰਸ ਜਿਹੜੀ ਆ ਜਨਰੇਟ ਕਰ ਸਕਦੇ ਹਾਂ ਲਾਰਜ ਪਿਸਟਨ ਦੇ ਉੱਤੇ। ਸੋ ਅਸੀਂ ਜੇਕਰ ਮੰਨ ਲਓ 10 ਕਿਲੋ ਦੇ ਭਾਰ ਨਾਲ ਸਮੋਲ ਪਿਸਟਨ ਨੂੰ ਪੁਸ਼ ਕਰੀਏ ਤਾਂ ਵੱਡੇ ਪਿਸਟਨ 'ਤੇ ਆਪਾਂ 100 ਕਿਲੋ ਦੀ ਬੋਡੀ ਨੂੰ ਲਿਫਟ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇਕਰ A1 ਜਿਹੜਾ ਏਰੀਆ ਆ ਉਹਨੂੰ ਹੋਰ ਸਮੋਲ ਕਰ ਦਿੱਤਾ ਜਾਵੇ, ਮੰਨ ਲਓ ਅਸੀਂ ਅੱਧਾ ਕਰ ਦਿੰਦੇ ਹਾਂ ਏਰੀਆ, ਤਾਂ ਅਸੀਂ 5 ਕਿਲੋ ਭਾਰ ਦੇ ਨਾਲ ਹੀ 100 ਕਿਲੋ ਭਾਰ ਚੱਕ ਸਕਦੇ ਹਾਂ। ਸੋ ਇਸ ਤਰ੍ਹਾਂ ਇਹਦੀ ਇਹ ਐਪਲੀਕੇਸ਼ਨ ਵਾ ਕਿ ਆਪਾਂ ਇਹਨਾਂ ਕਿਸੇ ਭਾਰੀ ਚੀਜ਼ ਨੂੰ ਲਿਫਟ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਸਮੋਲ ਫੋਰਸ। ਇਸ ਸਲਾਈਡ ਦੇ ਵਿੱਚ ਕਲੀਅਰ ਕੀਤਾ ਗਿਆ ਹੈ ਕਿ ਸਾਰੇ ਜਿਹੜੇ ਸਿੰਬਲ ਯੂਜ਼ ਕੀਤੇ ਗਏ ਆ ਉਹਨਾਂ ਦੇ ਮੀਨਿੰਗਸ ਦੱਸੇ ਗਏ। ਦਾ P1 is pressure on the small piston, P2 pressure on the large piston, F1 input force, F2 output force, A1 area of the small piston and A2 area of large piston. लिफ्ट। हाइड्रोलिक लिफ्ट की वर्किंग पास्कल लॉ पे बेस्ड है। हाइड्रोलिक लिफ्ट एक ऐसा सिस्टम है जिसमें फ्लूइड प्रेशर का यूज करके हैवी लोड को उठाया जाता है। एनिमेशन में हम देखते हैं कि दो सिलेंडर को एक पाइप के थ्रू कनेक्ट किया है। दोनों सिलेंडर C और D का क्रॉस सेक्शनल एरिया अलग अलग है। दोनों सिलेंडर में एयरटाइट फ्रिक्शनलेस पिस्टन लगा है और साथ ही इन्हें इनकम्प्रेसिबल लिक्विड से फिल किया है। सिलेंडर C के एरिया को स्मॉल a और सिलेंडर D के एरिया को कैपिटल A से रिप्रेजेंट करेंगे। एनिमेशन में हम देख सकते हैं कि सिलेंडर D के पिस्टन का एरिया सिलेंडर C के पिस्टन के एरिया से काफी बड़ा है। चलिए अब देखते हैं कि हाइड्रोलिक लिफ्ट कैसे काम करता है। जब हम सिलेंडर C के पिस्टन पे फोर्स F अप्लाई करते हैं तब लिक्विड पे प्रेशर लगता है। पास्कल लॉ के अकॉर्डिंग ये प्रेशर सिलेंडर D के पिस्टन पे इक्वली डिस्ट्रीब्यूट होता है। और इस प्रेशर की वजह से सिलेंडर D के पिस्टन पे फोर्स क्रिएट होता है। क्योंकि सिलेंडर D के पिस्टन का एरिया ज्यादा है, इसलिए फोर्स भी ज्यादा क्रिएट होगा और इस फोर्स की मदद से हैवी वेट लिफ्ट किया जाएगा। आइए इसे हम इक्वेशन की मदद से समझते हैं। मान लीजिए कि पिस्टन C पे जो फोर्स लगा है उससे प्रेशर P क्रिएट हो रहा है। पास्कल लॉ के अकॉर्डिंग सेम प्रेशर पिस्टन D पे लग रहा है। अब जो इस प्रेशर से फोर्स क्रिएट होगा वो कुछ इस तरह से कैलकुलेट कर सकते हैं। यहाँ हम देख सकते हैं कि एरिया ज्यादा होने के कारण सेम प्रेशर पे फोर्स काफी बढ़ गया।
इससे हमें पता चलता है कि किसी छोटे पिस्टन पे स्मॉल फोर्स लगाया जाए तो वो बड़े पिस्टन पे बहुत लार्जर फोर्स में कन्वर्ट हो जाता है। और इस फोर्स की मदद से किसी हैवी लोड को आसानी से ऊपर उठाया जा सकता है। ਸੋ ਹੁਣ ਅਸੀਂ ਪਾਸਕਲਾਂ ਦੀ ਸੈਕੰਡ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ, ਹਾਈਡ੍ਰੋਲਿਕ ਬ੍ਰੇਕ। ਸੋ ਹਾਈਡ੍ਰੋਲਿਕ ਬ੍ਰੇਕ ਜਿਹੜੇ ਵਹੀਕਲ ਵਾ ਉਹਨਾਂ ਦੇ ਮੋਸ਼ਨ ਨੂੰ ਰੋਕਣ ਲਈ ਆਪਾਂ ਵਰਤਦੇ ਹਾਂ। ਸੋ ਜਦੋਂ ਅਸੀਂ ਬ੍ਰੇਕ ਲਗਾਉਂਦੇ ਹਾਂ ਤਾਂ ਉਹਦੇ ਵਿੱਚ ਹਾਈਡ੍ਰੋਲਿਕ ਸਿਸਟਮ ਹੁੰਦਾ। ਸੋ ਕਿਸ ਤਰ੍ਹਾਂ ਕੰਮ ਕਰਦਾ ਹੈ ਬ੍ਰੇਕ ਦੇ ਵਿੱਚ ਅਸੀਂ ਉਹ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਹਾਈਡ੍ਰੋਲਿਕ ਬ੍ਰੇਕ ਦੀ ਕੰਸਟਰਕਸ਼ਨ ਦੇਖਦੇ ਹਾਂ। ਇਹਦੇ ਵਿੱਚ ਇੱਕ ਮਾਸਟਰ ਸਿਲੰਡਰ ਹੁੰਦਾ ਆ, ਜਿਹਨੂੰ ਕਿ ਅਸੀਂ P ਨਾਲ ਡਿਨੋਟ ਕੀਤਾ ਆ, ਅਤੇ ਇਹਨੂੰ ਬ੍ਰੇਕ ਪੈਡਲ ਦੇ ਨਾਲ ਜੋੜਿਆ ਹੁੰਦਾ ਆ ਵਿਦ ਦੀ ਹੈਲਪ ਆਫ ਲੀਵਰ ਸਿਸਟਮ। ਸੋ ਜਦੋਂ ਅਸੀਂ ਬ੍ਰੇਕ ਪੈਡਲ ਨੂੰ ਪ੍ਰੈਸ ਕਰਦੇ ਹਾਂ ਤਾਂ ਪਿਸਟਨ P ਜਿਹੜਾ ਆ ਉਹ ਉੱਤੇ ਫੋਰਸ ਲੱਗਦੀ, ਜਿਹਦੇ ਕਰਕੇ ਉਹ ਇਨਵਰਡ ਮੂਵ ਕਰਦਾ ਆ। ਸੋ ਇਹ ਜਿਹੜਾ ਮਾਸਟਰ ਸਿਲੰਡਰ ਇਹਨੂੰ ਸਿੱਧਾ ਆਪਾਂ ਨੇ ਜੋੜਿਆ ਹੁੰਦਾ ਆ ਆਪਣੇ ਵੀਲ ਸਿਲੰਡਰ ਦੇ ਨਾਲ। ਸੋ ਵੀਲ ਸਿਲੰਡਰ ਦੇ ਵਿੱਚ ਦੋ ਪਿਸਟਨ ਲੱਗੇ ਹੋਏ ਹੁੰਦੇ, ਜਿਹਨਾਂ ਨੂੰ ਅਸੀਂ P1 ਅਤੇ P2 ਕਹਿ ਦਿੱਤਾ ਡਾਇਗਰਾਮ ਦੇ ਵਿੱਚ। ਅਤੇ ਇਹ ਜਿਹੜੇ ਪਿਸਟਨ ਵਾ ਇਹ ਅੱਗੇ ਜਿਹੜੇ ਬ੍ਰੇਕ ਸ਼ੂਜ਼ ਵਾ S1 ਐਂਡ S2 ਉਹਨਾਂ ਨੂੰ ਪ੍ਰੈਸ ਕਰਦੇ ਆ। ਸੋ ਇਹ ਕੰਸਟਰਕਸ਼ਨ ਵਾ ਆਪਣੇ ਹਾਈਡ੍ਰੋਲਿਕ ਬ੍ਰੇਕ ਦੀ। ਹੁਣ ਅਸੀਂ ਇਹਦੀ ਵਰਕਿੰਗ ਦੇਖਦੇ ਹਾਂ। ਸੋ ਜਿੱਦਾਂ ਹੀ ਅਸੀਂ ਬ੍ਰੇਕ ਪੈਡਲ ਨੂੰ ਪ੍ਰੈਸ ਕਰਦੇ ਹਾਂ ਤਾਂ ਜਿਹੜਾ ਮਾਸਟਰ ਸਿਲੰਡਰ ਦੇ ਪਿਸਟਨ P1 ਆ ਉਹ ਇਨਵਰਡ ਮੂਵ ਕਰਦਾ ਆ, ਅਤੇ ਜਿਹੜਾ ਬ੍ਰੇਕ ਆਇਲ ਵਾ ਉਹਦੇ ਵਿੱਚ ਪ੍ਰੈਸ਼ਰ ਜਨਰੇਟ ਹੁੰਦਾ ਆ। ਸੋ ਇਹ ਜਿਹੜਾ ਪ੍ਰੈਸ਼ਰ ਆ ਇਹ ਸਾਡੇ ਵੀਲ ਸਿਲੰਡਰ ਦੇ ਵਿੱਚ ਜਾਂਦਾ ਹੈ, ਅਤੇ ਪਿਸਟਨ P1 ਅਤੇ P2 ਨੂੰ ਆਊਟਵਰਡ ਡਾਇਰੈਕਸ਼ਨ 'ਚ ਮੂਵ ਕਰਦਾ ਆ। ਅਤੇ ਜਿੱਦਾਂ ਹੀ ਪਿਸਟਨ ਆਊਟਵਰਡ ਡਾਇਰੈਕਸ਼ਨ 'ਚ ਜਾਂਦੇ ਆ ਤਾਂ ਉਹ ਜਿਹੜੇ ਬ੍ਰੇਕ ਸ਼ੂਜ਼ ਹੁੰਦੇ S1 ਐਂਡ S2 ਉਹਨਾਂ ਨੂੰ ਪ੍ਰੈਸ ਕਰਦੇ ਆ, ਅਤੇ ਅਤੇ ਉਹ ਜਿਹੜੇ ਆਪਣੇ ਟਾਇਰ ਦਾ ਇਨਰ ਰਿਮ ਹੁੰਦਾ ਆ ਉਹਨੂੰ ਉਹਦੇ ਜਿਹੜੇ ਮੋਸ਼ਨ ਆ ਉਹਨੂੰ ਰੋਕਦੇ ਆ। ਸੋ ਇਸ ਤਰ੍ਹਾਂ ਅਸੀਂ ਬ੍ਰੇਕ ਪੈਡਲ ਦੱਬਣ ਦੇ ਨਾਲ ਕੀ ਹੁੰਦਾ, ਮਾਸਟਰ ਸਿਲੰਡਰ ਆਪਣਾ ਜੋ ਪ੍ਰੈਸ਼ਰ ਆ ਉਹ ਪਾਸਕਲਾਂ ਦੇ ਅਕੋਰਡਿੰਗਲੀ ਸਾਰੇ ਲਿਕੁਇਡ ਦੇ ਵਿੱਚ ਫੈਲ ਜਾਂਦਾ ਆ। ਸੋ ਜਿਹੜੇ ਪਿਸਟਨ P1 ਅਤੇ P2 ਆ ਉਹ ਵਰਕ ਕਰਦੇ ਆ, ਆਊਟਵਰਡ ਡਾਇਰੈਕਸ਼ਨ 'ਚ ਮੂਵ ਕਰਦੇ ਆ, ਅਤੇ ਸਾਡਾ ਜਿਹੜਾ ਵੀਲ ਦਾ ਮੋਸ਼ਨ ਹੁੰਦਾ ਉਹਨੂੰ ਰੋਕਦੇ ਆ। ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਜਿਹੜਾ ਮਾਸਟਰ ਸਿਲੰਡਰ ਆ ਉਹ ਛੋਟੇ ਸਾਈਜ਼ ਦਾ, ਅਤੇ ਜਿਹੜਾ ਵੀਲ ਸਿਲੰਡਰ ਹੁੰਦਾ ਉਹ ਵੱਡੇ ਸਾਈਜ਼ 'ਚ ਹੁੰਦਾ ਆ। ਸੋ ਅਸੀਂ ਬਿਲਕੁਲ ਥੋੜ੍ਹਾ ਜਿਹਾ ਫੋਰਸ ਦੇ ਨਾਲ ਹੀ ਜਦੋਂ ਬ੍ਰੇਕ ਪੈਡਲ 'ਤੇ ਬਹੁਤ ਥੋੜ੍ਹੀ ਫੋਰਸ ਲਾਉਂਦੇ ਆ ਤਾਂ ਉਹਦੇ ਨਾਲ ਕੀ ਆ ਬਹੁਤ ਜ਼ਿਆਦਾ ਫੋਰਸ ਜਨਰੇਟ ਹੁੰਦੀ ਆ ਵੀਲ ਸਿਲੰਡਰ ਦੇ ਵਿੱਚ। ਸੋ ਜਿਹਦੇ ਨਾਲ ਕੀ ਆ ਪਿਸਟਨ ਕਾਫੀ ਜ਼ੋਰ ਨਾਲ ਸਾਡੀ ਜਿਹੜੀ ਇਹ ਕਾਰ ਦਾ ਮੋਸ਼ਨ ਆ ਉਹਨੂੰ ਰੋਕਦੇ ਆ। ਸੋ ਇਹ ਸੀਗੀ ਐਪਲੀਕੇਸ਼ਨ ਪਾਸਕਲਾਂ ਦੀ। ਸੋ ਇਹ ਡਾਇਗਰਾਮ ਆ ਹਾਈਡ੍ਰੋਲਿਕ ਬ੍ਰੇਕ ਦੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਪਿਸਟਨ ਮਾਸਟਰ ਸਿਲੰਡਰ ਅਤੇ ਵੀਲ ਸਿਲੰਡਰ ਇਹਨਾਂ ਨੂੰ ਇੱਕ ਟਿਊਬ ਦੇ ਨਾਲ ਜੋੜਿਆ ਹੋਇਆ, ਅਤੇ ਇਹੀ ਟਿਊਬ ਜਿਹੜੀ ਆ ਹੋਰ ਵੀਲਸ ਦੇ ਨਾਲ ਵੀ ਅਟੈਚ ਹੋਈ ਹੁੰਦੀ ਆ। ਸੋ ਇਸ ਡਾਇਗਰਾਮ ਨੂੰ ਆਪਾਂ ਤੋਂ ਸਮਝ ਸਕਦੇ ਹਾਂ ਕਿ ਜਿਹੜਾ ਪਾਸਕਲ ਆ ਉਹ ਕਿਸ ਤਰ੍ਹਾਂ ਹਾਈਡ੍ਰੋਲਿਕ ਬ੍ਰੇਕ ਦੇ ਵਿੱਚ ਕੰਮ ਕਰਦਾ ਹੈ।
ਸੋ ਹੁਣ ਅਸੀਂ ਪਾਸਕਲ ਲਾ ਤੇ ਕੁਝ ਕੁਐਸਚਨ ਡਿਸਕਸ ਕਰਾਂਗੇ। ਸੋ ਜਿਸ ਤਰ੍ਹਾਂ ਕਿ ਸਟੇਟ ਪਾਸਕਲ ਆ, ਸੋ ਪਾਸਕਲ ਦੀ ਡੈਫੀਨੇਸ਼ਨ ਪਹਿਲਾਂ ਵੀ ਦੱਸੀ ਜਾ ਚੁੱਕੀ ਆ। ਸੋ ਨੈਕਸਟ ਕੁਐਸਚਨ ਤਾਂ ਪੁੱਛ ਸਕਦੇ ਕਿ ਹੂ ਸਟੇਟ ਪਾਸਕਲ ਦਾ। ਸੋ ਇਹ ਵੀ ਕੁਐਸਚਨ ਪੁੱਛ ਸਕਦੇ ਆ। ਸੋ ਨੈਕਸਟ ਹੈ ਜੈਸੇ ਵਾਟ ਆਰ ਦਾ ਐਪਲੀਕੇਸ਼ਨਸ ਆਫ ਪਾਸਕਲ ਆ। ਸੋ ਇਹਦੇ ਵਿੱਚ ਜਿਹੜੀਆਂ ਵੀ ਐਪਲੀਕੇਸ਼ਨਸ ਤੁਸੀਂ ਆਪਣੇ ਦੇਖਦੇ ਹੋ ਉਹਨਾਂ ਨੂੰ ਅਸੀਂ ਇੱਥੇ ਲਿਖ ਸਕਦੇ ਹਾਂ। ਕੁਐਸਚਨ ਇਜ਼ ਪਾਸਕਲ ਐਪਲੀਕੇਬਲ ਟੂ ਗੈਸਸ? ਯੈਸ, ਇਹਨੂੰ ਵੀ ਅਸੀਂ ਇੱਕ ਕੁਐਸਚਨ ਦੀ ਫੋਰਮ ਤੁਹਾਨੂੰ ਕੋਈ ਵੀ ਪੁੱਛ ਸਕਦਾ। ਹਾਊ ਮਚ ਇਜ਼ ਪਾਸਕਲ ਆ। ਸੋ ਇਹਦੇ ਵਿੱਚ ਆਪਾਂ ਪਾਸਕਲ ਦੇ ਯੂਨਿਟਸ ਦੱਸਾਂਗੇ। Thank you so much for watching.